ਕਤੋਂ ਛੱਡਿਆਈ ਖੇਤ ਸੁੰਝਾ ਤਨ ਵਾਲਾ, ਸਾਂਭ ਵੱਤਰ ਤੇ ਬੀਜ ਲੈ ਨਾਮ ਦਾ ਬੀਜ ਭਲਿਆ। ਹੈ ਮੁਸਾਫਰੇ ਤੇ ਰੱਖ ਗੱਲ ਯਾਦ, ਬੰਦੇ ਵਿੱਚ ਛਲਾਵੇ ਮਾਇਆ ਦੇ ਨਾ ਕਿਤੇ ਜਾਈ ਛਲਿਆ। ਬੀਤ ਗਏ ਸਾਹ ਤੇ ਫਿਰ ਨਾ ਗੱਲ ਬਣਨੀ, ਇਸ 84 ਚੱਕਰ ਚੋਂ ਖਲਾਸੀ ਪਾਵਣੇ ਦੀ। ਮਨ ਪਿੱਛੋਂ ਪਛਤਾਉਣ ਨਾਲੋਂ ਵਾਹ ਭਲਾਈ, ਹੁਣੇ ਹੀ ਸਿੱਖ ਲੈ ਜੁਗਤ ਵਾਪਸ ਜਾਵਣੇ ਦੀ। ਹੁਣੇ ਹੀ ਸਿੱਖ ਲੈ ਜੁਗਤ ਵਾਪਸ ਜਾਵਣੇ ਦੀ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਵੱਤਰ। ਕਿਰਸਾਨ ਦੀ ਕਿਰਸਾਨੀ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਸ਼ੈਲੀ ਦਾ ਇੱਕ ਸ਼ਬਦ ਆ ਵੱਤਰ, ਜੋ ਕਿਰਸਾਨ ਨੂੰ ਫਸਲ ਦੀ ਠੀਕ ਸਮੇਂ ਤੇ ਬਿਜਾਈ ਕਰਨ ਦੇ ਲਈ ਆਗਾਹ ਤੇ ਸੁਚੇਤ ਕਰਦਾ ਆ। ਪੇਸ਼ੇ ਤੋਂ ਕਿਰਸਾਨੀ ਨਾਲ ਸੰਬੰਧਿਤ ਬਜ਼ੁਰਗਾਂ ਦੇ ਮੂੰਹੋਂ ਅਸੀਂ ਇਹ ਲਫ਼ਜ਼ ਆਮ ਹੀ ਸੁਣਿਆ ਹੋਵੇਗਾ ਕਿ ਜ਼ਮੀਨ ਵੱਤਰ ਹੋ ਗਈ ਏ ਫਲਾਣੀ ਫਸਲ ਬੀਜਣ ਦੇ। ਕਿਤੇ ਵੱਤਰ ਸੁੱਕ ਹੀ ਨਾ ਜਾਵੇ, ਹੁਣ ਫਸਲ ਬੀਜ ਲੈਣੀ ਚਾਹੀਦੀ ਏ, ਜਾਂ ਵੱਤਰ ਵੇਖ ਕੇ ਫਸਲ ਦੀ ਬਿਜਾਈ ਕਰਿਓ ਆਦਿ। ਕਿਉਂਕਿ ਹਰ ਫਸਲ ਨੂੰ ਬੀਜਣ ਦਾ ਇੱਕ ਵੇਲਾ, ਇੱਕ ਵਕਤ ਤੇ ਇੱਕ ਵੱਤਰ ਹੁੰਦਾ ਹੈ, ਤੇ ਵੱਤਰ ਵੇਖ ਕੇ ਬੀਜੀ ਗਈ ਫਸਲ ਚੋਖਾ ਝਾੜ ਦੇ ਜਾਂਦੀ ਏ। ਪਰ ਜੇ ਵੱਤਰ ਲੰਘ ਜਾਣ ਤੋਂ ਬਾਅਦ ਵਿੱਚ ਫਸਲ ਬੀਜੀ ਜਾਏ ਤਾਂ ਬੀਜੀ ਗਈ ਫਸਲ ਕੀਤੀ ਗਈ ਮਿਹਨਤ ਦਾ ਪੂਰਾ ਮੁੱਲ ਨਹੀਂ ਮੋੜਦੀ। ਇਸ ਲਈ ਵੱਤਰ ਸਾਂਭਣ ਲਈ ਸਮਾਂ ਰਹਿੰਦਿਆਂ ਹੀ ਬੀਜ ਬੀਜਣਾ ਜ਼ਰੂਰੀ ਹੁੰਦਾ ਹੈ, ਪਰ ਸਮਾਂ ਲੰਘ ਜਾਣ ਤੇ ਵੱਤਰ ਦੇ ਅਰਥ ਵੀ ਬੇਮਾਇਨੇ ਹੋ ਜਾਂਦੇ ਨੇ। ਫਸਲ ਨੂੰ ਪ੍ਰਫੁੱਲਿਤ ਕਰਨ ਲਈ ਜਿਵੇਂ ਇਸ ਜ਼ਮੀਨ ਰੂਪੀ ਮਿੱਟੀ ਵਿੱਚ ਵੱਤਰ ਰਹਿੰਦਿਆਂ ਹੀ ਬੀਜ ਬੀਜਣਾ ਜ਼ਰੂਰੀ ਏ, ਇਸੇ ਤਰ੍ਹਾਂ ਇਸ ਤਨ ਰੂਪੀ ਮਿੱਟੀ ਦੇ ਖੇਤ ਵਿੱਚ ਨਾਮ ਦਾ ਬੀਜ ਬੀਜਣ ਲਈ ਵੀ ਵੱਤਰ ਦੇ ਰਹਿੰਦਿਆਂ ਹੀ ਹੀਲਾ ਕਰਨਾ ਅਤ ਲੋੜੀਂਦਾ ਆ। ਤੇ ਇਸ ਤਨ ਰੂਪੀ ਮਿੱਟੀ ਦੇ ਖੇਤ ਵਿੱਚ ਨਾਮ ਰੂਪੀ ਬੀਜ ਬੀਜਣ ਦਾ ਸਮਾਂ ਓਨਾ ਚਿਰ ਤੱਕ ਹੀ ਮਨੁੱਖ ਦੇ ਕੋਲ ਆ, ਜਿੰਨਾ ਚਿਰ ਤੱਕ ਇਸ ਦੇ ਚੱਲਦੇ ਸਾਹਾਂ ਦੀ ਤੰਦ ਸਲਾਮਤ ਰਹਿੰਦੀ ਆ। ਪੰਜਵੇਂ ਪਾਤਸ਼ਾਹ ਆਖਦੇ ਨੇ, ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ। ਕਿਉਂਕਿ ਇਸ ਤਨ ਰੂਪੀ ਖੇਤ ਦੀ ਮਲਕੀਅਤ ਤੇ ਵਸੀਅਤ ਕੁਝ ਕੁ ਸਮੇਂ ਦੇ ਲਈ ਇਨਸਾਨ ਦੇ ਹੱਥਾਂ ਵਿੱਚ ਆਈ ਆ, ਤੇ ਜਿੰਨਾ ਚਿਰ ਤੱਕ ਵਸੀਅਤ ਕਿਸੇ ਦੇ ਨਾਵੇਂ ਹੋਵੇ, ਫਸਲ ਬੀਜਣ ਤੇ ਵੱਤਰ ਸਾਂਭਣ ਦਾ ਅਧਿਕਾਰ ਜਾਂ ਮੌਕਾ ਸਿਰਫ ਉਹਨਾਂ ਚਿਰ ਤੱਕ ਹੀ ਉਸ ਇਨਸਾਨ ਦੇ ਕੋਲ ਹੁੰਦਾ ਆ। ਇਸ ਲਈ ਜੇ ਵੇਖਿਆ ਜਾਵੇ ਤੇ ਇਸ ਤਨ ਰੂਪੀ ਖੇਤ ਦੀ ਮਲਕੀਅਤ ਸਿਰਫ ਉਹਨਾਂ ਚਿਰ ਤੱਕ ਹੀ ਇਨਸਾਨ ਦੇ ਕੋਲ ਆ, ਜਿੰਨਾ ਚਿਰ ਤੱਕ ਸਾਹਾਂ ਦੀ ਵਸੀਅਤ ਇਹਦੇ ਨਾਵੇਂ ਬੋਲਦੀ ਆ। ਪਰ ਜਦੋਂ ਵਸੀਅਤ ਨਾਵੇਂ ਬੋਲਣੋਂ ਹਟ ਗਈ, ਫਿਰ ਮਨੁੱਖ ਨਾ ਤਾਂ ਤਨ ਦੀ ਮਲਕੀਅਤ ਦਾ ਹੱਕਦਾਰ ਰਹਿੰਦਾ ਏ ਤੇ ਨਾ ਹੀ ਫਿਰ ਵੱਤਰ ਬਚਦਾ ਏ ਨਾਮ ਰੂਪੀ ਫਸਲ ਨੂੰ ਬੀਜਣ ਦਾ। ਤੇ ਇਸੇ ਲਈ ਇਸ ਤਨ ਦੀ ਮਲਕੀਅਤ ਤੇ ਸਾਹਾਂ ਦੀ ਵਸੀਅਤ ਦਾ ਅਧਿਕਾਰ ਕੋਲ ਹੁੰਦਿਆਂ ਵੱਤਰ ਤੇ ਵੇਲੇ ਦੀ ਸੰਭਾਲ ਕਰ ਨਾਮ ਰੂਪੀ ਬੀਜ ਨੂੰ ਬੀਜਣ ਲਈ ਗੁਰੂ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੋਈ ਆਖਦੀ ਏ, ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਿਲ ਅਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰ ਰਿਦੇ ਜਮਾਈ ਲੈ, ਇਉ ਪਾਵਸ ਪਦ ਨਿਰਬਾਣੀ। ਕਿਉਂਕਿ ਜਦੋਂ ਵੱਤਰ ਰਹਿੰਦਿਆਂ ਬੀਜ ਬੀਜ ਲਿਆ ਜਾਵੇ, ਫਿਰ ਹੀ ਫਸਲ ਫਲ ਤੱਕ ਪਹੁੰਚਦੀ ਏ। ਤੇ ਜੇ ਅਸੀਂ ਨਿਰਬਾਣ ਪਦ ਤੱਕ ਪਹੁੰਚਣਾ ਚਾਹੁੰਦੇ ਹਾਂ, ਤੇ ਫਿਰ ਬਾਣ ਦੇ ਰਹਿੰਦਿਆਂ ਭਾਵ ਬੋਲ ਤੇ ਸਾਹਾਂ ਦੇ ਰਹਿੰਦਿਆਂ ਵੱਤਰ ਦੀ ਸੰਭਾਲ ਕਰ ਇਸ ਤਨ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਨੂੰ ਬੀਜਣ ਲੱਗਿਆਂ ਢਿੱਲ ਨਾ ਕਰੀਏ। ਜਿਸ ਦਮ ਦੇ ਸਹਾਰੇ ਇਹ ਮਿੱਟੀ ਦਾ ਕਾਇਆ ਕਲਬੂਤ ਖਲੋਤਾ ਏ, ਲੋੜ ਆ ਉਸੇ ਹੀ ਦਮ ਵਾਲੇ ਵੱਤਰ ਨੂੰ ਸਾਂਭਣ ਦੀ। ਤੇ ਦਮ ਉਦੋਂ ਹੀ ਸਾਂਭਿਆ ਜਾਣਾ ਆ ਜਦੋਂ ਹਰ ਦਮ ਦੇ ਉੱਤੇ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਨਾਮ ਦੀ ਮੋਹਰ ਲੱਗੂਗੀ। ਇਸ ਲਈ ਆਓ ਕੋਸ਼ਿਸ਼ ਕਰੀਏ ਇਸ ਵੇਲੇ ਤੇ ਵੱਤਰ ਦੀ ਸਾਂਭ ਕਰ ਆਪਣੇ ਮਨੁੱਖਾ ਜੀਵਨ ਦੇ ਰਹਿੰਦਿਆਂ ਇਸ ਤਨ ਰੂਪੀ ਖੇਤ ਵਿੱਚ ਨਾਮ ਰੂਪੀ ਫਸਲ ਬੀਜਣ ਦੀ। ਕਿਉਂਕਿ ਇਹੀ ਨਾਮ ਰੂਪੀ ਫਸਲ ਜਦੋਂ ਪੱਕਦੀ ਆ ਤੇ ਫਿਰ ਇਹ ਇਸ ਜੀਵਨ ਤੋਂ ਬਾਅਦ ਅਗਲੇ ਜੀਵਨ ਤੱਕ ਦਾ ਤੋਸਾ ਬਣ ਸਾਡੇ ਨਾਲ ਨਿਭਦੀ ਆ। ਪੰਜਵੇਂ ਪਾਤਸ਼ਾਹ ਆਖਦੇ ਨੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਸਤਿ ਸ੍ਰੀ ਅਕਾਲ ਜੀ।